ਸਾਡੇ ਧਰਮ 'ਚ ਇੰਝ ਹੈ ਕਿ ਜੇ ਅਸੀਂ ਮਰਾਂਗੇ ਵੀ ਤੇ ਅਸੀਂ 2 ਪੇੜ ਲੈ ਕੇ ਜਾਵਾਂਗੇ ਜੀ ਤੇ ਮਰਨ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਹੈ ਉਹ ਸਿਰਫ ਸਾਨੂੰ ਪੇੜ ਹੀ ਦਿੰਦੇ ਨੇ। ਤੁਸੀਂ ਜਾਂਦੀ ਵਾਰੀ ਵੀ 2 ਪੇੜ ਲੈ ਕੇ ਜਾਓਗੇ। ਦਿਸ ਇਜ਼ ਹਾਊ ਅ ਕਨਸੈਪਟ ਆਫ ਇੰਸ਼ੋਰੈਂਸਸ। ਤੇ ਆਪਾਂ ਫ੍ਰੀ ਟਰੀ ਐਂਡ ਪਲਾਂਟ ਹਸਪੀਟਲ ਖੋਲਿਆ ਜਿਹੜਾ ਕਿ ਵਰਲਡਸ ਫਰਸਟ ਐਵਰ ਫ੍ਰੀ ਟਰੀ ਐਂਡ ਪਲਾਂਟ ਹਸਪੀਟਲ ਹੈ। ਇਹਦੀ ਸੇਵਾ ਨਾ ਕੇਵਲ ਇੰਡੀਆ 'ਚ ਹੈ, ਅਬਰੋਡ ਤੋਂ ਵੀ ਸਾਨੂੰ ਬਹੁਤ ਕਾਲਸ ਆਉਂਦੀ ਰੋਜ਼ਾਨਾ 70 ਤੋਂ 80 ਕਾਲਸ ਆਉਂਦੀਆਂ। 8-9 ਮਹੀਨੇ ਸਾਡਾ ਜੰਗਲ ਤਿਆਰ ਹੋ ਜਾਂਦਾ। ਦੇਖੋ ਅਸੀਂ ਬਣਾਉਣ ਵਾਲੇ ਕੋਈ ਨਹੀਂ ਹੈਗੇ। ਹਿਊਮਨ ਬੀਇੰਗ ਜਦੋਂ ਵਰਲਡ 'ਚ ਨਹੀਂ ਸੀਗਾ ਉਦੋਂ ਜ਼ਿਆਦਾ ਜੰਗਲ ਹੁੰਦੇ ਸੀ ਤੇ ਅਸੀਂ ਬਸ ਇੱਕ ਬਾਇਓ ਮਿਮਿਕ ਕਰਕੇ ਬੇਸਿਕ ਤਿਆਰ ਕਰ ਦਿੱਤਾ। ਨੇਚਰ ਟੇਕਸ ਕੇਅਰ ਆਫ ਇਟਸੈਲਫ। ਜਦੋਂ ਛੁੱਟੀ ਹੁੰਦੀ ਹੈ ਮੇਰਾ ਇਹੋ ਕੰਮ ਕਰੀਦਾ। ਅਸੀਂ ਈਵਨ ਜਦੋਂ ਹੋਲੀਡੇਜ਼ ਵੀ ਜਾਈਦਾ, ਅਸੀਂ ਪਿੱਛੇ ਸੂਰਤ ਗਏ ਤੇ ਸਾਡੇ ਦੋਸਤਾਂ ਨੇ ਬੁਲਾਇਆ ਕਿ ਚਲੋ 3-4 ਦਿਨ ਇਕੱਠੇ ਰਹਿੰਦੇ ਹਾਂ। ਅਸੀਂ ਉਦੋਂ ਗਏ ਤੇ ਅਸੀਂ ਉੱਥੇ ਵੀ 3-4 ਜੰਗਲ ਲਗਾਏ। ਅਸੀਂ ਜੀਵਨ ਵੀ 5 ਤੱਤਾਂ ਤੋਂ ਬਣਦੇ ਹਾਂ, ਸਾਡੀ ਵਲੀਨਤਾ ਵੀ 5 ਤੱਤਾਂ ਤੋਂ ਬਣਦੀ ਹੈ। ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਤੁਸੀਂ, ਉਪਰਾਲੇ ਕੀਤੇ, ਕਿੰਨਾ ਟਾਈਮ ਹੋ ਗਿਆ ਕਰਦੇ? ਤੇ ਅਸੀਂ ਇਹ ਸੀਡ ਬਾਲਸ ਕਾਫੀ ਬੱਚਿਆਂ ਨਾਲ ਬਣਾਏ, ਤਕਰੀਬਨ 2000 ਸਕੂਲਾਂ 'ਚ ਬਣਾਏ, 2 ਲੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਅਸੀਂ ਕਾਫੀ ਗੁਰਦੁਆਰਿਆਂ 'ਚ ਬਣਾਏ। ਤੁਹਾਡੇ ਅੰਦਰ ਜਿੰਨਾ ਟੈਂਪਰੇਚਰ ਹੈ ਉਨਾ ਹੀ ਟੈਂਪਰੇਚਰ ਪੁੱਠੀ ਦੇ ਵਿੱਚ ਉਹਦਾ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਰਹਿੰਦਾ ਹੈ। ਤੁਹਾਡੇ ਅੰਦਰ ਜਿਹੜੀ ਬੋਨਸ ਹੈ, ਸਕੈਲਟਨ ਹੈ, ਜੇ ਸਾਰਾ ਇਹ ਅਰਥ ਐਲੀਮੈਂਟ ਨਾਲ ਬਣਿਆ ਹੋਇਆ ਹੈ ਤੇ ਇਹ ਜਿਹੜੇ 5 ਤੱਤਵ ਹੈ ਇਹ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਹੀ ਹੈ। ਅਸੀਂ ਇਹ 5 ਤੱਤਵਾਂ ਦੀ ਕੰਪੋਜੀਸ਼ਨ ਨਾਲ ਹੀ ਬਣੇ ਹਾਂ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਈਸ਼ਾ। ਲਾਈਫ ਇੰਸ਼ੋਰੈਂਸ ਦੀਆਂ ਗੱਲਾਂ ਤਾਂ ਤੁਸੀਂ ਸਭ ਨੇ ਸੁਣਿਆ ਵੀ ਹੋਣਗੀਆਂ ਤੇ ਕਈਆਂ ਨੇ ਕਈ ਹਜ਼ਾਰਾਂ ਰੁਪਏ ਲਗਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਲਾਈਫ ਇੰਸ਼ੋਰੈਂਸ ਹੈ ਜਿਹੜੀ ਕਿ ਕਰਵਾਈ ਵੀ ਹੋਏਗੀ। ਸਿਰਫ ਲਾਈਫ ਇੰਸ਼ੋਰੈਂਸ ਨਹੀਂ, ਹੈਲਥ ਇੰਸ਼ੋਰੈਂਸ, ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਇੰਸ਼ੋਰੈਂਸ ਤੁਸੀਂ ਕਰਵਾ ਲੈਂਦੇ ਹੋ, ਲੇਕਿਨ ਜ਼ਿੰਦਗੀ ਦੀ ਜੋ ਮੇਨ ਇੰਸ਼ੋਰੈਂਸ ਹੈ ਕਿਤੇ ਨਾ ਕਿਤੇ ਤੁਸੀਂ ਉਸ ਨੂੰ ਪਿੱਛੇ ਛੱਡਦੇ ਜਾ ਰਹੇ ਹੋ। ਤੇ ਜਿਹੜੀ ਲਾਈਫ ਇੰਸ਼ੋਰੈਂਸ ਤੇ ਤੁਸੀਂ ਹਜ਼ਾਰਾਂ ਰੁਪਏ ਖਰਚ ਰਹੇ ਹੋ ਨਾ, ਤੇ ਉਹੀ ਲਾਈਫ ਇੰਸ਼ੋਰੈਂਸ ਹੈ ਜਿਹੜੀ ਤੁਸੀਂ ਮੁਫਤ ਦੇ ਵਿੱਚ ਵੀ ਕਰਵਾ ਸਕਦੇ ਹੋ। ਤੁਹਾਨੂੰ ਉਹ ਲਾਈਫ ਇੰਸ਼ੋਰੈਂਸ ਹੈ ਤੁਹਾਡੇ ਪਰਿਵਾਰ ਤੱਕ ਸੀਮਿਤ ਨਹੀਂ ਰਹਿੰਦੀ, ਤੁਹਾਡੇ ਆਲੇ ਦੁਆਲੇ ਦੇ ਲੋਕਾਂ ਤੱਕ ਵੀ ਜਾਂਦੀ ਹੈ ਉਹ ਲਾਈਫ ਇੰਸ਼ੋਰੈਂਸ। ਤੇ ਉਹ ਲਾਈਫ ਇੰਸ਼ੋਰੈਂਸ ਕੀ ਹੈ, ਕਿਸ ਤਰ੍ਹਾਂ ਉਹਨੂੰ ਮੁਫਤ ਦੇ ਨਾਲ ਤੁਸੀਂ ਕਰਵਾ ਸਕਦੇ ਹੋ। ਸਾਡੇ ਨਾਲ ਇੱਕ ਕਪਲ ਮੌਜੂਦ ਆ ਜਿਨ੍ਹਾਂ ਨੇ ਉਹ ਲਾਈਫ ਇੰਸ਼ੋਰੈਂਸ ਕੀਤੀ ਹੈ ਤੇ ਕਈ ਹਜ਼ਾਰਾਂ ਜਣਿਆਂ ਦੀ ਇੱਕ ਪੰਜੀ ਖਰਚੇ ਬਿਨਾਂ ਉਹ ਲਾਈਫ ਇੰਸ਼ੋਰੈਂਸ ਕੀਤੀ ਹੈ ਬਿਲਕੁਲ ਮੁਫਤ ਦੇ ਵਿੱਚ। ਤੇ ਸਾਡੇ ਨਾਲ ਮੌਜੂਦ ਨੇ ਗੀਤਾਂਜਲੀ ਮੈਮ ਤੇ ਰੋਹਿਤ ਸਰ, ਜਿਹੜੇ ਕਿ ਬਹੁਤ ਜ਼ਿਆਦਾ ਮਸ਼ਹੂਰ ਨੇ, ਲੋਕਾਂ ਦੀਆਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਨੇ। ਅਸੀਂ ਵੀ ਅੱਜ ਉਸ ਵਿੱਚ ਸ਼ਾਮਿਲ ਹੋਏ ਹਾਂ, ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਮੈਮ ਤੁਹਾਡਾ ਨਮਸਕਾਰ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਮੈਮ ਲਾਈਫ ਇੰਸ਼ੋਰੈਂਸ ਦੀ ਮੈਂ ਗੱਲ ਕੀਤੀ ਕਿ ਮੁਫਤ ਦੇ ਵਿੱਚ ਤੁਸੀਂ ਕਰਵਾਉਂਦੇ ਹੋ, ਹੈ ਨਾ, ਆਪਦੀ ਵੀ ਕੀਤੀ ਆ, ਫੈਮਿਲੀ ਦੀ ਕੀਤੀ, ਕਈ ਹਜ਼ਾਰਾਂ ਲੋਕਾਂ ਦੀ ਕੀਤੀ ਹੋਈ ਆ, ਕਿਸ ਤਰੀਕੇ ਦੇ ਨਾਲ? ਮੈਮ ਦੇਖੋ, ਲਾਈਫ 'ਚ ਜੀਣ ਵਾਸਤੇ 5 ਚੀਜ਼ਾਂ ਦੀ ਜ਼ਰੂਰਤ ਹੈਗੀ ਹੈ। ਜੀ। ਹਵਾ, ਪਾਣੀ, ਫਰੂਟ ਜਾਂ ਫੂਡ, ਟੈਂਪਰੇਚਰ ਤੇ ਸਪੇਸ। ਜੀ। ਇਹ ਜਿਹੜੀਆਂ 5 ਚੀਜ਼ਾਂ ਹੈ, ਇਸ ਤੋਂ ਇਲਾਵਾ ਕੋਈ ਜ਼ਿੰਦਗੀ ਦਾ ਕੋਈ ਪਾਰਟ ਨਹੀਂ ਗਾ, ਸਾਰਾ ਇੱਥੋਂ ਹੀ ਨਿਕਲੇ ਨੇ। ਜਿਵੇਂ ਤੁਹਾਡੀ ਬੋਡੀ ਦੇ ਵਿੱਚ 5 ਤੱਤਵ ਹੈ, ਉਂਝ ਪਲੈਨਟ 'ਚ 5 ਤੱਤਵ ਹੈ। ਇਹ 5 ਦਾ ਜਿਹੜਾ ਮੁੱਢ, ਜਿਹੜੀ ਬੇਸਿਕ ਚੀਜ਼ ਹੈ ਉਹ ਹੀ ਪਲਾਂਟੇਸ਼ਨ। ਜੀ। ਕਿ ਜੇ ਤੁਸੀਂ ਇੱਕ ਪਲਾਂਟ ਲਗਾਉਂਦੇ ਹੋ, ਤੁਸੀਂ 5 ਤੱਤਵਾਂ ਨੂੰ ਇਨਕਲੂਡ ਕਰਦੇ ਹੋ। ਤੁਹਾਨੂੰ ਜੇ ਜੀਵਨ 'ਚ ਹੈਲਥ ਇੰਸ਼ੋਰੈਂਸ ਚਾਹੀਦੀ ਹੈ ਤੇ ਤੁਹਾਡੀ ਉਹਦਾ ਮਤਲਬ ਕੀ ਹੋ ਗਿਆ ਕਿ ਤੁਹਾਡੇ ਜਿਹੜੇ ਹੈਲਥ ਹੈ ਉਹ ਸਹੀ ਰਵੇ। ਉਹਦੇ ਵਾਸਤੇ ਤੁਹਾਨੂੰ ਅੱਛੀ ਹਵਾ ਚਾਹੀਦੀ ਹੈ, ਸ਼ੁੱਧ ਪਾਣੀ ਚਾਹੀਦਾ ਹੈ, ਜੀ। ਠੀਕ ਹੈ, ਤੁਹਾਨੂੰ ਅੱਛਾ ਖਾਣਾ ਚਾਹੀਦਾ ਹੈ। ਇਹ ਜਿਹੜਾ ਸਭ ਕੁਝ ਹੈ ਸਾਨੂੰ ਧਰਤੀ ਮਾਤਾ ਦਿੰਦੀ ਹੈ। ਜੀ। ਜੇ ਤੁਸੀਂ ਆਪਣੇ ਜੀਵਨ ਤੋਂ ਬਾਅਦ ਵੀ ਜੀਣਾ ਚਾਹੁੰਦੇ ਹੋ ਤੇ ਤੁਹਾਨੂੰ ਪੇੜ ਲਗਾਉਣੇ ਪੈਣਗੇ। ਜੀ। ਸਾਡੇ ਧਰਮ 'ਚ ਇੰਝ ਹੈ ਕਿ ਜੇ ਅਸੀਂ ਮਰਾਂਗੇ ਵੀ ਤੇ ਅਸੀਂ 2 ਪੇੜ ਲੈ ਕੇ ਜਾਵਾਂਗੇ ਜੀ। ਤੇ ਮਰਨ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਹੈ ਉਹ ਸਿਰਫ ਸਾਨੂੰ ਪੇੜ ਹੀ ਦਿੰਦੇ ਨੇ। ਤੁਸੀਂ ਜਾਂਦੀ ਵਾਰੀ ਵੀ 2 ਪੇੜ ਲੈ ਕੇ ਜਾਓਗੇ। ਦਿਸ ਇਜ਼ ਹਾਊ ਅ ਕਨਸੈਪਟ ਆਫ ਇੰਸ਼ੋਰੈਂਸਸ। ਜੀ। 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 ਤੇ ਸਰ ਇਹ 5 ਤੱਤ ਨੇ ਜਿਹੜੇ, ਇਹ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕੰਮ ਕਰਦੇ ਨੇ? ਕਿਉਂਕਿ ਸੁਣਿਆ ਤਾਂ ਸਭ ਨੇ ਬਹੁਤ ਹੋਇਆ, ਅਸੀਂ ਵੀ ਸੁਣਿਆ ਹੋਇਆ ਕਿ 5 ਤੱਤ ਨੇ, ਹੈ ਨਾ, ਕਿ ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਆ ਜਾਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਨਾਂ ਦੇ ਨਾਲ? ਦੇਖੋ ਮੈਮ, ਤੁਸੀਂ ਹੁਣ ਮੇਰੇ ਨਾਲ ਗੱਲ ਕਰਦੇ ਪਏ, ਤੁਸੀਂ ਸਾਹ ਲੈਂਦੇ ਪਏ ਹੋ। ਜੀ। ਇਹ ਹਵਾ ਦਾ ਤੱਤਵ ਹੈ, ਪ੍ਰਾਣ ਹੈ। ਜੀ। 24/7 ਤੁਹਾਨੂੰ ਆਉਂਦੇ ਪਏ ਨੇ। ਇਹ ਤੁਹਾਨੂੰ ਪਲੈਨਟ ਦਿੰਦਾ ਪਿਆ, ਧਰਤੀ ਮਾਤਾ ਦਿੰਦੀ ਪਈ ਹੈ। ਤੁਸੀਂ ਤੁਹਾਡੇ ਅੰਦਰ ਸਿਰਫ 71% ਪਾਣੀ ਹੈ, 71% ਪਾਣੀ ਹੀ ਧਰਤੀ ਮਾਤਾ 'ਚ ਹੈ। ਤੁਹਾਡੇ ਅੰਦਰ ਜਿੰਨੀ ਹਵਾ ਹੈ ਉਨਾ ਹੀ ਵੋਲੀਅਮ ਐਗਜ਼ੈਕਟਲੀ ਸੇਮ ਧਰਤੀ ਮਾਤਾ 'ਤੇ ਹੈ। ਤੁਹਾਡੇ ਅੰਦਰ ਜਿੰਨਾ ਟੈਂਪਰੇਚਰ ਹੈ ਉਨਾ ਹੀ ਟੈਂਪਰੇਚਰ ਪੁੱਠੀ ਦੇ ਵਿੱਚ ਉਹਦਾ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਰਹਿੰਦਾ ਹੈ। ਤੁਹਾਡੇ ਅੰਦਰ
ਜਿਹੜੀ ਬੋਨਸ ਹੈ, ਸਕੈਲਟਨ ਹੈ, ਜੇ ਸਾਰਾ ਇਹ ਅਰਥ ਐਲੀਮੈਂਟ ਨਾਲ ਬਣਿਆ ਹੋਇਆ ਹੈ। ਜੀ। ਤੇ ਇਹ ਜਿਹੜੇ ਪੰਜ ਤੱਤਵ ਹੈ ਇਹ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਹੀ ਹੈ। ਅਸੀਂ ਇਹ ਪੰਜ ਤੱਤਵਾਂ ਦੀ ਕੰਪੋਜੀਸ਼ਨ ਨਾਲ ਹੀ ਬਣੇ ਆ। ਜੀ ਤੇ ਤੁਸੀਂ ਬੜੀ ਵਾਰੀ ਸੁਣਿਆ ਕਿ ਬੰਦਾ ਮਰ ਜਾਂਦਾ ਪੰਜ ਤੱਤਵਾਂ 'ਚ ਵਿਲੀਨ ਹੋ ਗਿਆ। ਅਸੀਂ ਜੀਵਨ ਵੀ ਪੰਜ ਤੱਤਵਾਂ ਤੋਂ ਬਣਨੇ ਆ, ਸਾਡੀ ਵਿਲੀਨਤਾ ਵੀ ਪੰਜ ਤੱਤਵਾਂ ਤੋਂ ਬਣਦੀ ਹੈ। ਜੀ ਤੇ ਇਹ ਪੰਜਾਂ 'ਚ ਇੱਕ ਨੈਚੁਰਲ ਬੈਲੈਂਸ ਹੈ। ਜਦੋਂ ਇਹਦੇ 'ਚ ਟਰਬਲ ਆਉਂਦਾ ਹੈ, ਇਹਦੇ 'ਚ ਇੰਬੈਲੈਂਸ ਬਣਦਾ ਹੈ, ਉਦੋਂ ਸਾਨੂੰ ਬਿਮਾਰੀ ਲੱਗੇਗੀ। ਜੀ ਮੰਨ ਲਓ ਮੇਰੇ 'ਚ ਪਾਣੀ ਜ਼ਿਆਦਾ ਹੋ ਗਿਆ, ਮੈਨੂੰ ਅਫਾਰਾ ਹੋ ਜਾਏਗਾ। ਪਾਣੀ ਘੱਟ ਹੋ ਗਿਆ, ਮੈਨੂੰ ਕੀ ਕਹਿੰਦੇ ਨੇ ਵੋਮਿਟਿੰਗ ਆਉਣੀ ਸ਼ੁਰੂ ਹੋ ਜਾਏਗੀ। ਜੀ ਪ੍ਰਿਥਵੀ ਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ ਤੇ ਬਾੜ ਆ ਜਾਏਗੀ। ਮੇਰਾ ਟੈਂਪਰੇਚਰ ਅੰਦਰ ਵੱਧ ਗਿਆ, ਮੈਨੂੰ ਬੁਖਾਰ ਹੋ ਗਿਆ। ਜੀ ਪ੍ਰਿਥਵੀ 'ਚ ਆਏਗਾ ਤੇ ਗਲੋਬਲ ਵਾਰਮਿੰਗ ਹੋ ਜਾਏਗੀ। ਜੀ ਮੇਰੇ ਅੰਦਰ ਜੇ ਮੰਨ ਲਓ ਕੋਈ ਸਪੇਸ ਜ਼ਿਆਦਾ ਹੋ ਗਿਆ, ਹੱਡੀਆਂ 'ਚ ਸਪੇਸ ਆ ਗਿਆ ਤੇ ਮੈਂ ਬਿਮਾਰ ਪੈ ਜਾਵਾਂਗਾ। ਜੀ ਪ੍ਰਿਥਵੀ 'ਚ ਸਪੇਸ ਦੀ ਕਮੀ ਆ ਗਈ, ਪ੍ਰਿਥਵੀ ਬਿਮਾਰ ਪੈ ਜਾਏਗੀ। ਸਾਨੂੰ ਇਹਦਾ ਬੇਸਿਕ ਇਹ ਸੋਚਣਾ ਹੈ ਕਿ ਅਸੀਂ ਪਲੈਨਟ ਦੀ ਐਕਸਟੈਂਸ਼ਨ ਹੈ। ਜੀ ਜਿਵੇਂ ਮਾਂ ਆਪਣੇ ਬੱਚੇ ਨੂੰ ਜੋੜ ਕੇ ਰੱਖਦੀ ਹੈ ਕੋਡ ਨਾਲ, ਉਂਝ ਅਸੀਂ 24/7 ਧਰਤੀ ਮਾਤਾ ਨਾਲ ਜੁੜੇ ਹੋਏ ਹਾਂ। ਜੀ ਇਹੀਓ ਪੰਜ ਤੱਤਵ ਹੈ ਤੇ ਇਹਨਾਂ ਨੂੰ ਬੈਲੈਂਸ ਕਰਨਾ ਹੀ ਪਰਿਆਵਰਨ ਨੂੰ ਬਚਾਉਣਾ ਹੈ, ਦੇਸ਼ ਨੂੰ ਧਰਤੀ ਨੂੰ ਬਚਾਉਣਾ। ਜੀ ਸਰ, ਵਾਤਾਵਰਣ ਨਾਲ ਰਿਲੇਟਡ ਅਸੀਂ ਗੱਲਾਂ ਬਹੁਤ ਸੁਣੀਆਂ ਹੋਈਆਂ। ਸਾਰੇ ਕਹਿੰਦੇ ਨੇ ਵਾਤਾਵਰਣ ਨੂੰ ਬਚਾਉਣਾ ਵਾ, ਹਨਾ, ਇਦਾਂ ਦੀਆਂ ਗੱਲਾਂ ਮੈਮ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ। ਲੇਕਿਨ ਵਾਤਾਵਰਣ ਅਸਲੀ ਹੈ ਕਿ ਅੱਜ ਸਰ ਨੇ ਸਮਝਾਇਆ ਇੰਨੀ ਡੂੰਘਾਈ ਦੇ ਨਾਲ, ਕਿਸ ਤਰ੍ਹਾਂ ਤੁਸੀਂ ਇਹਨੂੰ ਸਮਝਿਆ, ਕਿਵੇਂ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਧਰਤੀ ਨਾਲ ਹੋਇਆ ਕਿ ਤੁਸੀਂ ਇਸ ਚੀਜ਼ ਨੂੰ ਸਮਝ ਸਕੇ। ਦੇਖੋ, ਵਾਤਾਵਰਨ ਦਾ ਮਤਲਬ ਕੀ ਹੈ? ਵਾਤ ਪਲੱਸ ਆਵਰਨ। ਸਾਡੇ ਆਸ-ਪਾਸ ਜਿਹੜਾ ਹਵਾ ਹੈ, ਆਵਰਨ ਹੈ, ਉਹ ਸਾਰਾ ਵਾਤਾਵਰਨ ਹੈ। ਜੀ ਉਹ ਪੰਜ ਤੱਤਵ ਹੈਗੇ ਨੇ। ਜੀ ਠੀਕ ਹੈ, ਇਹ ਸਾਡਾ ਬੇਸਿਕ ਸੰਸਕਾਰਾਂ ਦੇ ਵਿੱਚ ਹੈ। ਜੀ ਤੁਹਾਨੂੰ ਵੀ ਆਈਡੀਆ, ਸਭ ਨੂੰ ਆਈਡੀਆ। ਜੀ ਤੇ ਇਸ ਤੋਂ ਬਿਨਾ ਸਾਡਾ ਐਗਜ਼ਿਸਟੈਂਸ ਨਹੀਂ ਹੈਗਾ। ਜੀ ਤੇ ਜਿਹੜਾ ਇਹ ਚੀਜ਼ ਹੈ, ਸਾਨੂੰ ਲੱਗਾ ਕਿ ਹਾਂ ਯਾਰ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਪਿਆ ਹੈ, ਬਾਕੀ ਚੀਜ਼ਾਂ ਹੁੰਦੀਆਂ ਪਈਆਂ, ਤੇ ਅਸੀਂ ਇਹ ਚੀਜ਼ ਨੂੰ ਰੋਕਣ ਵਾਸਤੇ ਅਸੀਂ ਪਲਾਂਟੇਸ਼ਨ ਡਰਾਈਵ ਕੀਤੀ, ਅਸੀਂ ਬਾਕੀ ਉਪਰਾਲੇ ਕੀਤੇ। ਜੀ ਮੈਮ, ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਤੁਸੀਂ, ਉਪਰਾਲੇ ਕੀਤੇ, ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ? ਸਾਨੂੰ ਤਕਰੀਬਨ 8 ਸਾਲ ਹੋ ਚੁੱਕੇ ਹੈ ਪਲਾਂਟੇਸ਼ਨ ਡਰਾਈਵ ਸਟਾਰਟ ਕਰਦੇ ਹੋਏ। ਐਂਡ ਅਸੀਂ ਸਭ ਤੋਂ ਪਹਿਲੇ ਕੀਤੇ ਸੀ ਵਰਟੀਕਲ ਗਾਰਡਨਸ। ਜੀ ਵਰਟੀਕਲ ਗਾਰਡਨਸ ਦੇ ਪਿੱਛੇ ਸਾਡਾ ਥਾਟ ਪ੍ਰੋਸੈਸ ਇਹ ਹੈਗਾ ਸੀ ਕਿ ਹੌਰੀਜ਼ੌਂਟਲ ਜਗ੍ਹਾ ਜਿਹੜੀ ਜ਼ਮੀਨ ਹੈਗੀ ਹੈ ਜੀ ਉਹ ਵੇਖਦੇ ਪਏ ਸੀ ਅਸੀਂ ਖਤਮ ਹੋ ਰਹੀ ਹੈ, ਕਿਉਂਕਿ ਹਰ ਜਗ੍ਹਾ ਕੰਸਟਰਕਸ਼ਨ, ਹਰ ਜਗ੍ਹਾ ਕੰਕਰੀਟ ਬਣੀ ਜਾ ਰਿਹਾ ਜੀ। ਸੀ। ਤਾਂ ਅਸੀਂ ਸੋਚਿਆ ਕਿ ਜੇ ਸਭ ਕੁਝ ਕੰਕਰੀਟ ਬਣਦਾ ਪਿਆ, ਇੰਨੀ ਹਾਈ ਰੇਜ਼ ਬਿਲਡਿੰਗਸ ਬਣਦੀ ਪਈ, ਲੁਧਿਆਣਾ ਵਰਗੇ ਸ਼ਹਿਰ 'ਚ ਜਾਂ ਕਿਤੇ ਵੀ ਜਾਓ ਤੁਸੀਂ, ਤੇ ਵਾਈ ਨਾਟ ਅਸੀਂ ਵੀ ਹਾਈ ਰੇਜ਼ ਗਾਰਡਨਸ ਬਣਾਈਏ। ਜੀ तो ਅਸੀਂ ਵਰਟੀਕਲ ਗਾਰਡਨ ਸਟਾਰਟ ਕਰਤੇ, ਕਿਉਂਕਿ ਬਿਲਡਿੰਗਸ ਦੇ ਬਾਹਰ ਅਸੀਂ ਵਰਟੀਕਲ ਗਾਰਡਨਸ ਲਗਾਉਣੇ ਸ਼ੁਰੂ ਕਰਦੇ। ਜੀ ਜਦੋਂ ਸਾਨੂੰ ਉਹ 'ਚ ਕਾਫੀ ਤਰੱਕੀ ਮਿਲੀ, ਕਾਫੀ ਉਹ 'ਚ ਸਪੋਰਟ ਮਿਲਿਆ ਲੋਕਾਂ ਦਾ, ਤੇ ਸਾਨੂੰ ਲੱਗਾ ਕਿ ਬੜੀ ਇਹੋ ਜਿਹੀ ਜਗ੍ਹਾ ਹੈਗੀਆਂ, ਖਾਲੀ ਵੀਰਾਨ ਜਗ੍ਹਾ ਹੈਗੀਆਂ ਜਿੱਥੇ ਲੋਕੀ ਪਹੁੰਚ ਨਹੀਂ ਜਾ ਪਾ ਰਹੇ, ਜੀ ਪਰ ਉੱਥੇ ਪਲਾਂਟੇਸ਼ਨ ਕੀਤੀ ਜਾ ਸਕਦੀ ਹੈ। ਜੀ। ਆਫਟਰ ਆਲ ਭਾਵੇਂ ਦੂਰ ਦਰਾਜ਼ ਦੇ ਏਰੀਆ ਦੇ ਹਵਾ ਤੇ ਸਾਡੀ ਸ਼ੁੱਧ ਹੋਏਗੀ। ਜੀ ਤੇ ਅਸੀਂ ਸਕੂਲੀ ਬੱਚਿਆਂ ਨਾਲ ਮਿਲ ਕੇ ਸੀਡ ਬਾਲਸ ਬਣਾਏ। ਸੀਡ ਬਾਲਸ ਇੱਕ ਐਸੀ ਤਕਨੀਕ ਹੈ ਜਿਹ 'ਚ ਸੀਡ ਹੁੰਦਾ ਹੈ, ਥੋੜੇ ਜਿਹੇ ਮੌਸ ਨਿਊਟ੍ਰੀਐਂਟਸ ਹੁੰਦੇ, ਔਰ ਉਹਨੂੰ ਬਸ ਥਰੋ ਐਂਡ ਗਰੋ ਮੈਥਡ ਹੈਗਾ ਕਿ ਜੀ। ਤੁਸੀਂ ਸੁੱਟੋ ਤੇ ਆਪਣੇ ਆਪ ਪਲਾਂਟ ਪੁੰਗਰ ਜਾਏਗਾ ਜੀ ਔਰ ਪਲਾਂਟ ਦੀ ਗਰੋਥ ਹੋ ਜਾਏਗੀ। ਜੀ। ਤੇ ਅਸੀਂ ਇਹ ਸੀਡ ਬਾਲਸ ਕਾਫੀ ਬੱਚਿਆਂ ਨਾਲ ਬਣਾਏ, ਤਕਰੀਬਨ 2000 ਸਕੂਲਾਂ 'ਚ ਬਣਾਏ, 2 ਲੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਅਸੀਂ ਕਾਫੀ ਗੁਰਦੁਆਰਿਆਂ 'ਚ ਬਣਾਏ, ਜਿੰਜ ਆਪਣਾ ਯਾਤਰਾ ਨਿਕਲਦੀ ਹੈ ਉੱਥੇ ਜਗਨਨਾਥ ਯਾਤਰਾ ਉੱਥੇ ਬਣਵਾਏ, ਪ੍ਰਸ਼ਾਦ ਦੇ ਤੌਰ ਤੇ ਜੀ। ਦਿੱਤੇ। ਫਿਰ ਆਰਮੀ ਆਫਿਸਰਸ, ਆਰਮੀ ਪੀਪਲ, ਲੋਰੀ ਡਰਾਈਵਰਸ, ਟੋਲ ਪਲਾਜ਼ਾ ਤੇ ਲੋਰੀ ਡਰਾਈਵਰਸ ਹੁੰਦੇ ਆ, ਉਹਨਾਂ ਨਾਲ ਹੈਲਪ ਲਿੱਤੀ ਤਾਂ ਕਿ ਉਹ ਡਿਸਪਰਸ ਕਰਨ ਇਹ ਸੀਡ ਜੀ। ਬਾਲਸ। ਤੇ ਉਹਦੇ ਨਾਲ ਹੀ ਸਾਨੂੰ ਲੱਗਾ ਬੜੇ ਸਾਰੇ ਸ਼ਹਿਰ ਦੇ ਵਿੱਚ ਇਹੋ ਜਿਹੇ ਏਰੀਆਜ਼ ਹੈ ਜਿਹੜੇ ਡੰਪ ਯਾਰਡਸ ਹੈ ਜੀ ਜਾਂ ਡੈਡ ਏਰੀਆਜ਼ ਹੈਗੇ ਹੈ। ਜੀ ਜਿੰਜ ਲੁਧਿਆਣਾ ਵਰਗੇ ਏਰੀਆ 'ਚ ਫੋਕਲ ਪੁਆਇੰਟ ਬਹੁਤ ਡੈਡ ਏਰੀਆ ਹੈ, ਜੀ ਜਿੱਥੇ ਪੋਲਿਊਸ਼ਨ ਹੀ ਪੋਲਿਊਸ਼ਨ ਹੈ, ਸਾਹ ਲੈਣ ਦੀ ਤੁਸੀਂ ਉੱਥੇ 1 ਘੰਟਾ ਨਹੀਂ ਖੜੇ ਹੋ ਸਕਦੇ ਜੀ। ਤੇ ਔਰ ਬਹੁਤ ਲੋਕੀ ਹੈ ਉੱਥੇ ਕੰਮ ਕਰ ਰਹੇ ਹੈ। ਤੇ ਕਿਉਂ ਨਾ ਉਹਨਾਂ ਲੋਕਾਂ ਵਾਸਤੇ ਅਸੀਂ ਕੋਈ ਆਕਸੀਜਨ ਚੈਂਬਰਸ ਕ੍ਰੀਏਟ ਕਰੇ ਜੋ ਉਹਨਾਂ ਨੂੰ ਹੀ ਹੈਲਪ ਕਰੇ। ਤੇ ਅਸੀਂ ਕਨਸੈਪਟ ਸਟਾਰਟ ਕੀਤਾ ਮਾਈਕਰੋ ਫੋਰੈਸਟ ਦਾ। ਇਹ ਜਿਹੜੇ ਮਾਈਕਰੋ ਫੋਰੈਸਟ ਹੈਗੇ ਹੈ ਵ੍ਰਿਕਸ਼ ਆਯੁਰਵੇਦਾ ਦੀ ਟੈਕਨੀਕ ਨਾਲ ਬਣੇ ਜਾਂਦੇ ਆ, ਤੇ 10 ਟਾਈਮਸ ਡੈਂਸਰ, 10 ਟਾਈਮਸ ਫਾਸਟਰ ਇਹਨਾਂ ਦੀ ਗਰੋਥ ਹੁੰਦੀ ਹੈ। ਇਹ ਜਿਹੜੇ ਪਲਾਂਟਸ ਹੈਗੇ ਨੇਟਿਵ ਪਲਾਂਟਸ ਵਿੱਚ ਲਗਾਉਂਦੇ ਅਸੀਂ, ਜੀ। ਜਿਹੜੇ ਵੀ ਆਲੇ ਦੁਆਲੇ ਦੇ ਨੇਟਿਵ ਪਲਾਂਟਸ 500 ਵਰਾਇਟੀਆਂ ਹੁੰਦੀਆਂ ਉਹ ਲਗਾਈ ਦੀਆਂ, ਤੇ 40 ਤੋਂ 50 ਤਰ੍ਹਾਂ ਦੀ ਵਰਾਇਟੀਆਂ ਇੱਕ ਮਾਈਕਰੋ ਫੋਰੈਸਟ 'ਚ ਲੱਗਦੀ ਹੈ। ਤੇ ਸਾਰੇ ਪਲਾਂਟਸ ਇੱਕ ਦੂਸਰੇ ਨੂੰ ਸਪੋਰਟ ਕਰਦੇ, ਔਰ ਵਿਦਿਨ ਅ ਸਪੈਨ ਆਫ 6 ਮੰਥਸ ਤੁਸੀਂ ਇਹਦੀ ਗਰੋਥ
ਮਤਲਬ ਕਿ ਚੈੱਕ ਕਰ ਸਕਦੇ ਹੋ ਜੀ, ਪੂਰੀ ਗਰੋ ਕਰ ਜੀ। ਜਾਂਦੇ ਆ। ਮੈਮ ਇੰਨਾ ਕੰਮ ਤੁਸੀਂ ਸ਼ੁਰੂ ਕੀਤਾ, ਇੰਨੀ ਤੁਹਾਨੂੰ ਨੌਲੇਜ ਹੋਈ ਆ, ਉਹ ਕਹਿੰਦੇ ਨੇ ਜਦੋਂ ਕੋਈ ਬੰਦਾ ਬੜੇ ਦਿਲ ਨਾਲ ਕੋਈ ਕੰਮ ਕਰਨ ਲੱਗ ਜਾਵੇ ਨਾ, ਉਸ ਤੋਂ ਪਹਿਲਾਂ ਇੱਕ ਨਾ ਛੋਟੀ ਜੀ ਸੱਟ ਆ ਕਹਿੰਦੇ ਉਹ ਵੀ ਲੱਗ ਜਾਂਦੀ ਹੁੰਦੀ ਹੈ ਨਾ, ਜਿਸ ਤੋਂ ਬਾਅਦ ਬੰਦਾ ਆਪਣੇ ਆਪ ਨੂੰ ਚੇਂਜ ਕਰਦਾ ਵਾ ਤੇ ਉਸ ਚੀਜ਼ ਦੇ ਵੱਲ ਧਿਆਨ ਦੇਣਾ ਸ਼ੁਰੂ। ਇਹੋ ਜਿਹੀ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਹਿੱਟ ਕੀਤਾ, ਜਾਂ ਇਹੋ ਜਿਹੀ ਕਿਹੜੀ ਚੀਜ਼ ਆ ਜਿਸ ਤੋਂ ਕਿੱਕ ਮਿਲੀ ਕਿ ਤੁਸੀਂ ਕਿਹਾ ਕਿ ਨਹੀਂ ਯਾਰ ਮੈਂ ਹੁਣ ਇੱਧਰ ਕੰਮ ਕਰਨਾ ਵਾ? ਬਿਲਕੁਲ, ਅੱਜ ਤੋਂ ਕੁਝ ਸਾਲ ਪਹਿਲੇ ਸਾਰੇ ਪੰਜਾਬ 'ਚ, ਇਨਫੈਕਟ ਸਾਰੇ ਐਨਸੀਆਰ 'ਚ ਬੱਚਿਆਂ ਨੂੰ ਪੋਲਿਊਸ਼ਨ ਦੀ ਛੁੱਟੀਆਂ ਹੋਈਆਂ ਸੀ। ਜੀ। ਜਦੋਂ ਅਸੀਂ ਛੋਟੇ ਹੁੰਦੇ ਸੀ, ਤੁਹਾਨੂੰ ਯਾਦ ਹੋਏਗਾ, ਤੁਸੀਂ ਵੀ, ਤੁਹਾਨੂੰ ਜਾਂ ਸਮਰ ਹੌਲੀਡੇਜ਼ ਹੁੰਦੀਆਂ ਸੀ ਜਾਂ ਵਿੰਟਰ ਵੈਕੇਸ਼ਨਸ ਹੁੰਦੀਆਂ, holidays ਉਸ ਤੋਂ ਇਲਾਵਾ ਤਾਂ ਕੋਈ ਛੁੱਟੀਆਂ ਹੀ ਨਹੀਂ ਹੁੰਦੀਆਂ ਸੀ। ਤੇ ਇਸ ਜਿਹੜੀ ਹੈਗੀਆਂ ਸੀ ਪੋਲਿਊਸ਼ਨ ਹੌਲੀਡੇਜ਼, ਦੇ ਵਰ ਟਰਨਿੰਗ ਪੁਆਇੰਟ, ਮਤਲਬ ਕਿ ਇਹ ਤਾਂ ਬਹੁਤ ਜ਼ਿਆਦਾ ਹਿੱਟ ਹੋ ਗਈ ਕਿ ਬੱਚਿਆਂ ਨੂੰ ਪੋਲਿਊਸ਼ਨ ਦੀ, ਔਰ ਮਤਲਬ ਕਿ ਆਪਾਂ ਬੱਚੇ ਸਾਰੇ ਬਾਹਰ ਘੁੰਮਣ ਵੀ ਨਹੀਂ ਜਾ ਸਕਦੇ। ਤੇ ਸਾਡਾ ਛੋਟਾ ਬੇਟਾ, ਉਹਨੇ ਆ ਕੇ ਸਾਨੂੰ ਕਿਹਾ ਕਿ ਪੋਲਿਊਸ਼ਨ ਦੀ ਛੁੱਟੀਆਂ ਹੋ ਗਈਆਂ, ਤੇ ਬੜਾ ਡਿਸਟਰਬਿੰਗ ਸੀ ਕਿਉਂਕਿ ਸਮੌਗ, ਉਹ ਕਟਿੰਗ ਹੁੰਦੀ ਪਈ ਹੈ, ਉਹਦੇ ਕਾਰਨ ਸਮੌਗ ਹੁੰਦੀ ਪਈ ਹੈ। ਤੇ ਅਸੀਂ ਸੋਚਿਆ ਕਿ ਕਿਉਂ ਨਾ ਹੋਰ ਤੋਂ ਵੱਧ ਪੇੜ ਲਗਾਏ ਕਿ ਤਾਂ ਕਿ ਇਹਨੂੰ ਅਸੀਂ ਰਿਵਰਸ ਕਰੀਏ, ਇਹ ਜਿਹੜਾ ਸਿਨੈਰੀਓ ਬਣ ਗਿਆ ਇਹਨੂੰ ਰਿਵਰਸ ਕਰੀਏ। ਤੇ ਉਹਦੇ ਨਾਲ ਹੀ ਅਸੀਂ ਇਹ ਪਲਾਂਟੇਸ਼ਨ ਸਾਰੀ ਡਰਾਈਵ ਸਟਾਰਟ ਕੀਤੀ। ਪਰ ਜਦੋਂ ਅਸੀਂ ਪਲਾਂਟਸ ਲਗਾਉਂਦੇ ਗਏ, ਸਾਨੂੰ ਇਹ ਵੀ ਲੱਗਾ ਕਿ ਬੜੀ ਜ਼ਰੂਰਤ ਹੈ ਕਿ ਇਹ ਪਲਾਂਟਸ ਦੀ ਦੇਖਭਾਲ ਕਰਨਾ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਲਗਾਉਣਾ ਹੈ। ਤੇ ਅਸੀਂ ਉਹਦੇ ਨਾਲ ਹੀ ਆਪਾਂ ਫ੍ਰੀ ਟਰੀ ਐਂਡ ਪਲਾਂਟ ਹਸਪੀਟਲ ਖੋਲ੍ਹਿਆ, ਜਿਹੜਾ ਕਿ ਵਰਲਡਸ ਫਸਟ ਐਵਰ ਫ੍ਰੀ ਟਰੀ ਐਂਡ ਪਲਾਂਟ ਹਸਪੀਟਲ ਹੈ। ਇਹਦੀ ਸੇਵਾ ਨਾ ਕੇਵਲ ਇੰਡੀਆ 'ਚ ਹੈ, ਅਬਰੋਡ ਤੋਂ ਵੀ ਸਾਨੂੰ ਬਹੁਤ ਕਾਲਸ ਆਉਂਦੀ, ਰੋਜ਼ਾਨਾ 70 ਤੋਂ 80 ਕਾਲਸ ਆਉਂਦੀਆਂ, ਸਰਵਿਸਿਜ਼ ਮੰਗਦੇ, ਆਨਲਾਈਨ ਸਰਵਿਸਿਜ਼ ਦੇਈਦੀ ਹੈ ਅਬਰੋਡ ਤੇ ਵੇਰੀਅਸ ਸਿਟੀਜ਼ 'ਚ, ਸਟੇਟਸ 'ਚ ਆਨਲਾਈਨ ਸਰਵਿਸਿਜ਼ ਦੇਈਦੀ ਹੈ। ਤੇ ਇਹੋ ਸਿਖਾਉਣਾ ਚਾਹੁੰਦੇ ਕਿ ਨਾ ਕੇਵਲ ਤੁਸੀਂ ਪੌਦਾ ਲਗਾਓ, ਪਰ ਉਹਦੀ ਦੇਖਭਾਲ ਵੀ ਜ਼ਰੂਰ ਕਰੋ। ਜੀ ਮੈਮ, ਜਿਹੜਾ ਹਸਪੀਟਲ ਤੁਸੀਂ ਕਹਿ ਰਹੇ ਹੋ ਕਿ ਵਰਲਡ ਦੇ ਵਿੱਚ ਇੱਕੋ ਹਸਪੀਟਲ ਹੈ ਨਾ, ਕਿਸ ਤਰੀਕੇ ਦੇ ਨਾਲ ਉਹ ਵਰਕ ਕਰਦਾ ਪਿਆ ਵਾ, ਕਿੱਦਾਂ ਦੀਆਂ ਮਤਲਬ ਸ਼ਿਕਾਇਤਾਂ ਆਉਂਦੀਆਂ? ਜਿਵੇਂ ਆਪਾਂ ਕਹਿ ਦਈਏ ਕਿ ਹਸਪੀਟਲ ਜਿਹੜੇ ਆਪਣੇ ਲਈ ਆ, ਉਹਦੇ ਵਿੱਚ ਆਪਣੇ ਕੋਈ ਸਰਟੀਫਿਕੇਟ ਲੱਗ ਜਾਂਦੀ ਆ, ਆਪਾਂ ਲੈ ਜਾਂਦੇ ਹਾਂ, ਆਪਾਂ ਚਲੇ ਜਾਂਦੇ ਹਾਂ, ਹੈ ਨਾ। ਤੇ ਜੇ ਪੰਛੀ ਕੋਈ ਬਿਮਾਰ ਆ ਜਾਂ ਕੋਈ ਜਾਨਵਰ ਬਿਮਾਰ ਆ, ਉਹਨੂੰ ਲੈ ਕੇ ਚਲੇ ਜਾਂਦੇ ਹਾਂ ਹਸਪੀਟਲ ਦੇ ਵਿੱਚ, ਹੈ ਨਾ। ਤੇ ਜਿਹੜੇ ਪਲਾਂਟਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਨਹੀਂ ਕਰ ਸਕਦੇਗੇ। ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਜਾਂਦਾ? ਅਸੀਂ ਵੈਸੇ ਤਾਂ ਆਯੁਰਵੈਦਿਕ ਬੇਸਡ ਮੈਡੀਸਿਨਸ ਦਿੰਦੇ ਹਾਂ, ਨਹੀਂ ਤੇ ਜਿੰਜ ਪਲਾਂਟਸ ਨੂੰ ਮੂਵ ਨਹੀਂ ਕੀਤਾ ਜਾਂਦਾ, ਪਰ ਉਹਨਾਂ ਨੂੰ ਹਰ ਕਿਸੇ ਨੂੰ ਜਿੰਜ ਕਾਲ ਕਰਦਾ ਕੋਈ, ਉਹਨਾਂ ਦੇ ਨਾ ਪਲਾਂਟਸ 'ਚ ਮਿਲੀ ਬਗਸ ਦਾ ਅਟੈਕ ਹੁੰਦਾ, ਜਿਹਨੂੰ ਅਸੀਂ ਕਹਿੰਦੇ ਚਿੱਟਾ ਕੀੜਾ, ਉਹਦਾ ਅਟੈਕ ਹੋ ਜਾਂਦਾ। ਅੰਬ ਦੇ ਪੇੜ ਨੂੰ ਫਲ ਨਹੀਂ ਪੈਂਦਾ ਪਿਆ, ਚਿੱਟੇ ਕੀੜੇ ਨੇ ਅਟੈਕ ਕਰਤਾ, ਅੱਜ ਕੱਲ੍ਹ ਇਹ ਮੌਸਮ 'ਚ ਬਹੁਤ ਪੈਂਦਾ ਹੈਗਾ। ਤੇ ਅਸੀਂ ਉਹਦਾ ਉਪਾਅ ਉਹਨਾਂ ਨੂੰ ਦੱਸ ਦਿੰਦੇ ਹਾਂ। ਹੁਣ ਜਿੰਜ ਸਿਉਂਕ ਹੈ, ਸਿਉਂਕ ਤੁਹਾਡੇ ਬਾਗ 'ਚ ਆ ਗਈ, ਤੁਹਾਡੇ ਪੌਦਿਆਂ ਨੂੰ ਵੀ ਖਾਈ ਜਾਂਦੀ ਪਈ, ਇਹ ਗਾਰਡਨ ਹੈਗਾ, ਅਗਰ ਇਹ ਫੋਰੈਸਟ ਹੈਗਾ, ਸਿਉਂਕ ਆ ਗਏ, ਉਹਦਾ ਉਪਾਅ ਕੀ ਹੈ? ਬੜਾ ਸਰਲ ਉਪਾਅ ਹੈ। ਗੁੜ ਲਓ, ਮਟਕੇ 'ਚ ਭਰੋ, ਮਟਕੇ ਨੂੰ ਮਿੱਟੀ 'ਚ ਦਬਾ ਦਿਓ, 15 ਦਿਨ ਬਾਅਦ ਉਹ ਮਟਕੇ ਨੂੰ ਕੱਢੋ, ਦਰਿਆ 'ਚ ਵਹਾ ਦਿਓ, ਸਾਰੀ ਸਿਉਂਕ ਖਤਮ। ਤੇ ਇਹੋ ਜਿਹੇ ਸਰਲ ਉਪਾਅ ਹੈ ਜਿਹੜੇ ਕਿ ਅਸੀਂ ਲੋਕਾਂ ਨੂੰ ਦੱਸਦੇ ਹਾਂ। ਕਿਵੇਂ ਹੋ ਜਾਂਦਾ? ਕਿਉਂਕਿ ਸਿਉਂਕ ਪਹਿਲੇ ਗੁੜ ਖਾਣ ਆਏਗੀ। ਅਸੀਂ ਤੁਹਾਡੇ ਕੋਲ ਦੋ ਚੀਜ਼ਾਂ ਪਈਆਂ ਹੁਣ, ਬਿਸਕਿਟ ਤੇ ਰਸਗੁੱਲਾ, ਪਹਿਲੇ ਕੀ ਖਾਓਗੇ? तो ਸਿਉਂਕ ਹੀ ਪਹਿਲੇ ਰਸਗੁੱਲਾ ਖਾਣਾ ਹੈ, ਉਹ ਗੁੜ ਖਾਣਾ ਆਏਗੀ। ਜਦੋਂ ਭਰ ਜਾਏਗੀ 15 ਦਿਨ ਬਾਅਦ ਕਲੀਨ ਕਰੋ ਤੇ ਫਿਰ ਦੁਬਾਰਾ ਗੁੜ ਰੱਖ ਦਿਓ, ਤੁਹਾਡੇ ਉਹ ਏਰੀਏ 'ਚ ਸਿਉਂਕ ਨਹੀਂ ਰਹੇਗੀ। ਦਿਸ ਇਜ਼ ਵਨ ਆਫ ਦਾ ਟਾਈਮ ਟੈਸਟਡ ਟ੍ਰੈਡੀਸ਼ਨਲ ਵੇ। ਜੀ, ਫਿਰ ਇਹ ਆਈਡੀਆ ਆਪ ਸੋਚਿਆ ਸੀ ਜਾਂ ਕਿਤੋਂ ਮਿਲਿਆ ਸੀ, ਕਿੱਦਾਂ? ਦੇਖੋ, ਇਹ ਕੋਈ ਵੀ ਆਈਡੀਆਜ਼ ਸਾਡੇ ਜੋ ਤੁਹਾਨੂੰ ਦੱਸਿਆ ਵ੍ਰਿਕਸ਼ ਆਯੁਰਵੇਦ 'ਚ ਕਾਫੀ ਚੀਜ਼ਾਂ ਦੱਸੀਆਂ ਗਈਆਂ, ਅਸੀਂ ਟ੍ਰੈਡੀਸ਼ਨਲ ਮੈਥਡ ਪੜ੍ਹਦੇ ਰਹੀਦਾ ਅਤੇ ਉੱਥੋਂ ਕੁਛ ਨਾ ਕੁਛ ਆਈਡੀਆ ਆਉਂਦਾ ਰਹਿੰਦਾ। ਜਿੰਜ ਕਈ ਮੰਨ ਲਓ ਇੱਕ ਵਾਰੀ ਸਾਨੂੰ ਆਇਆ ਕਿ ਉਹ ਕਹਿੰਦੇ ਜੀ ਪੇੜ ਦੇ ਵਿੱਚ ਫਲ ਨਹੀਂ ਆਉਂਦਾ ਪਿਆ, ਅਤੇ ਅਸੀਂ ਆਪਣੀ ਟੀਮ ਨੂੰ ਪੁੱਛਿਆ, ਸਾਡੇ ਕੋਲ ਬੜੇ ਐਕਸਪਰਟ ਹੈਗੇ ਨੇ, ਅਤੇ ਉਹਨਾਂ ਨੇ ਕਿਹਾ ਜੀ ਇਹਦੇ ਕੋਲ ਹਿੰਗ ਦਬਾ ਦਿਓ। ਜੀ, ਹਿੰਗ ਦਬਾਈ, 15 ਦਿਨਾਂ 'ਚ ਫਰੂਟ ਆਉਣੇ ਸ਼ੁਰੂ ਹੋਏ। ਅਤੇ ਮੈਂ ਐਕਸਪਰਟ ਨੂੰ ਦੁਬਾਰਾ ਫੋਨ ਕੀਤਾ, ਕਿਉਂ ਹੋਇਆ? ਕਹਿੰਦਾ ਜੀ ਇਹ 'ਚ ਵਾਤ ਰੋਗ ਹੈਗਾ ਸੀ, ਹਵਾ ਜ਼ਿਆਦਾ ਸੀ, ਬਚਪਨ 'ਚ ਬੱਚਿਆਂ ਦੇ ਪੇਟ 'ਤੇ ਹਿੰਗ ਲਗਾਈ ਦੀ ਹੈ, ਤਾਂ ਠੀਕ ਹੋ ਗਿਆ। ਤੁਸੀਂ ਇਹ ਮੰਨ ਕੇ ਚੱਲੋ ਕਿ ਪਲਾਂਟਸ ਅਸੀਂ ਸੇਮ ਸਪੀਸੀਜ਼ ਹੈਗੀ ਆ, ਸਿਰਫ ਫਰਕ ਇਹ ਵਾ ਕਿ ਪਲਾਂਟ ਦਾ ਸਿਰ ਥੱਲੇ ਹੈ, ਬ੍ਰਾਂਚਿਸ ਉੱਪਰ ਹੈ, ਸਾਡਾ ਸਿਰ ਉੱਪਰ ਹੈ, ਬ੍ਰਾਂਚਿਸ ਥੱਲੇ ਆ। ਕਦੀ ਅਸੀਂ ਪੇੜ ਨੂੰ ਬ੍ਰਾਂਚਿਸ ਨੂੰ ਪਾਣੀ ਦੇ ਦਿੰਦੇ, ਪੱਤਿਆਂ ਨੂੰ ਨਹੀਂ ਦੇਈਦਾ। ਠੀਕ ਹੈ, ਤੁਹਾਡੇ ਮਦਰ ਵੀ ਕਹਿਣਗੇ ਅਖਰੋਟ ਖਾ, ਦਿਮਾਗ ਨੂੰ ਲੱਗੇਗਾ। ਸਿਰਫ ਇਹੋ ਫਰਕ ਹੈ, ਸਿਰਫ ਉਹ ਚੱਲ ਨਹੀਂ ਸਕਦੇ, ਬਾਕੀ ਸਭ ਕੁਝ ਸੇਮ ਹੈਗਾ ਵਾ, ਐਗਜ਼ੈਕਟਲੀ ਸੇਮ ਹੈ। ਤੁਹਾਨੂੰ ਵੀ ਪੇਰੈਂਟਸ ਨੇ ਕਿਹਾ ਹੈਗਾ ਬੇਟਾ ਜਿੰਜ ਦਾ ਤੂੰ ਖਾਏਂਗੀ ਉਂਝ ਦਾ ਹੀ ਬਣੇਗੀ। ਪਲਾਂਟਸ ਤੁਸੀਂ ਜੇ ਹੈਲਦੀ ਹੋਣਗੇ ਤਦ ਹੀ ਮੈਂ ਹੈਲਦੀ ਹੋਵਾਂਗਾ, ਤਦ ਹੀ ਮੈਂ ਹੀਲ ਹੋਵਾਂਗਾ, ਤਦ ਹੀ ਮੈਂ ਕਿਉਰ ਹੋਵਾਂਗਾ। ਅਤੇ ਇਹੋ ਅਸੀਂ ਫਲਸਫੇ ਨੂੰ ਲੈ ਕੇ ਅੱਗੇ ਜਾਂਦੇ ਪਏ ਹਾਂ। ਜੀ, ਮਤਲਬ ਕਈ ਵਾਰ ਬੱਚੇ ਨੇ ਭੋਲੇਪਨ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਹਿੱਟ ਕਰ ਜਾਂਦੀਆਂ ਨੇ, ਅਤੇ ਤੁਸੀਂ ਵੇਖ ਸਕਦੇ ਹੋ ਕਿ ਪਲਾਂਟਸ ਦੇ ਡਾਕਟਰ ਬਣ ਕੇ ਬੈਠ ਗਏ ਨੇ। ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਸਰ ਬੈਠੇ ਨੇ, ਉਹ ਇਨਕਮ ਟੈਕਸ ਕਮਿਸ਼ਨਰ ਨੇ, ਜਿਹੜੇ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇੰਨਾ ਬਰਡਨ ਹੋਣ ਦੇ ਬਾਵਜੂਦ ਵੀ, ਇੰਨਾ ਕੰਮ ਕਰਨ ਦੇ ਬਾਵਜੂਦ ਵੀ ਇੰਨਾ ਮਤਲਬ ਟਾਈਮ ਕੱਢ ਰਹੇ ਨੇ ਕਿ ਲਾਈਫ ਇੰਸ਼ੋਰੈਂਸ ਹੈ ਜਿਹੜੀ ਕਿ ਹਰੇਕ ਬੰਦੇ ਦੀ ਕਰਵਾ ਰਹੇ ਨੇ। ਅਤੇ ਸਰ ਨੌਲੇਜ ਦੇ ਵਿੱਚ ਇਹ ਵੀ ਆਇਆ ਕਿ ਕਾਫੀ ਜੰਗਲ ਵੀ ਤੁਸੀਂ ਬਣਾਏ ਨੇ। ਜੀ, ਅਸੀਂ ਦੋਨਾਂ ਨੇ ਮਿਲ ਕੇ 400
ਇੱਕ ਦੇ ਕੋਲ ਜੰਗਲ ਬਣਾਏ ਨੇ, ਜਿਹਨੂੰ ਤੁਸੀਂ ਪਿੱਛੇ ਦੇਖਿਆ ਕਿੰਨਾ ਡੀਪ ਡੈਂਸ ਜੰਗਲ ਹੈ। ਜੀ ਅਸੀਂ 8-9 ਮਹੀਨੇ ਸਾਡਾ ਜੰਗਲ ਤਿਆਰ ਹੋ ਜਾਂਦਾ। ਦੇਖੋ ਅਸੀਂ ਬਣਾਉਣ ਵਾਲੇ ਕੋਈ ਨਹੀਂ ਹੈਗੇ, ਹਿਊਮਨ ਬੀਇੰਗ ਜਦੋਂ ਵਰਲਡ 'ਚ ਨਹੀਂ ਸੀਗਾ ਉਦੋਂ ਜ਼ਿਆਦਾ ਜੰਗਲ ਹੁੰਦੇ ਸੀ, ਜੀ ਤੇ ਅਸੀਂ ਬਸ ਇੱਕ ਬਾਇਓ ਮਿਮਿਕ ਕਰਕੇ ਬੇਸਿਕ ਤਿਆਰ ਕਰ ਦਿੱਤਾ। ਨੇਚਰ ਟੇਕਸ ਕੇਅਰ ਆਫ ਇਟਸੈਲਫ। ਜੀ ਡੂ ਯੂ ਥਿੰਕ ਕਿ ਅਸੀਂ ਇੰਨੇ ਇੰਟੈਲੀਜੈਂਟ ਆ ਕਿ ਜੰਗਲ ਬਣਾ ਲਈਏ? ਨਾ, ਅਸੀਂ ਬੇਸਿਕ ਤਿਆਰ ਕਰ ਦਿੱਤਾ। ਪ੍ਰਿਥਵੀ ਆਪਣੇ ਆਪ ਸਰ ਧਰਤੀ ਜੋ ਮਾਤਾ ਚੀਜ਼ ਗੁੰਮ ਰਹੀ ਹੈ ਉਹਨੂੰ ਸਾਂਭਣਾ ਵੀ ਕੋਈ ਸੌਖੀ ਗੱਲ ਨਹੀਂ। ਜਿਹੜਾ ਇਹ ਥੋਟ ਹੈ, ਮੈਨੂੰ ਲੱਗਦਾ ਕਿ ਅਸੀਂ ਨੇਚਰ ਤੋਂ ਜ਼ਿਆਦਾ ਵੱਡੇ ਨਹੀਂ ਗਏ। ਨੇਚਰ ਆਪਣੇ ਕਰੋਨਾ ਹੋਇਆ, ਦੋਵਾਂ ਮਹੀਨਿਆਂ 'ਚ ਪੂਰਾ ਪੋਲਿਊਸ਼ਨ ਠੀਕ ਹੋ ਗਿਆ, ਜੀ ਪੇੜ ਪੰਛੀ ਦੁਆਰਾ ਆ ਗਏ। ਜੀ ਨੇਚਰ ਟੇਕਸ ਕੇਅਰ ਆਫ ਇਟਸ ਓਨ ਸੈਲਫ। ਅਸੀਂ ਬਸ ਥੋੜਾ ਜਿਹਾ ਪੁਸ਼ ਕਰਨੇ ਪਏ ਹਾਂ। ਜੀ ਇਹ ਜੰਗਲ ਬਣਾਉਣ ਦੀ ਹੈ ਨਾ, ਮਤਲਬ ਇਹ ਸਾਰੀ ਚੀਜ਼ ਕ੍ਰੀਏਟ ਕਰਨ ਦਾ ਆਈਡੀਆ ਕਿਵੇਂ ਆਇਆ ਹੈ ਨਾ? ਕਿੱਦਾਂ ਸੋਚਿਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਅਸੀਂ ਜੰਗਲ ਆ ਜਿਹੜੇ ਉਹ ਕ੍ਰੀਏਟ ਕਰਾਂਗੇ ਜਿਹਦੇ ਨਾਲ ਨੇਚਰ ਹੈ ਜਿਹੜੀ ਉਹ ਸਹੀ ਰਹੇਗੀ? ਮੈਮ, ਜਿੰਜ ਹਿਊਮਨਸ ਨੂੰ ਲੰਗਸ ਚਾਹੀਦਾ, ਅਰਬਨ ਏਰੀਆ 'ਚ, ਰੂਰਲ ਏਰੀਆ 'ਚ ਸੋਸਾਇਟੀ ਨੂੰ ਲੰਗਸ ਚਾਹੀਦੇ ਨੇ, ਆਕਸੀਜਨ ਚੈਂਬਰ ਚਾਹੀਦੇ ਨੇ। ਕਰੋਨਾ ਬਾਅਦ ਹੋਰ ਆਈਡੀਆ ਹੋ ਗਿਆ ਕਿ ਨਹੀਂ ਯਾਰ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਗਾ। ਜੀ ਅਸੀਂ ਅਰਬਨ ਲੰਗਸ ਕ੍ਰੀਏਟ ਕਰਨੇ ਪਏ ਜੀ ਤਾਂ ਕਿ ਉਸ ਏਰੀਆ ਦਾ 에ਅਰ ਕੁਆਲਿਟੀ ਇੰਡੈਕਸ, ਜਿੰਜ ਲੁਧਿਆਣਾ ਬੜਾ ਪੋਲਿਊਸ਼ਨ ਹੈ, ਜੇ ਮੰਨ ਲਓ ਤੁਸੀਂ 2 ਏਕੜ ਦਾ ਵੀ ਜੰਗਲ ਲਾ ਦਿੰਦੇ ਹੋ, ਉਹ ਸਾਰਾ ਪੋਲਿਊਸ਼ਨ ਸਿੰਕ ਕਰ ਲੈਂਦੇ ਨੇ, ਨੂੰ ਕਾਰਬਨ ਸਿੰਕ ਕਹਿੰਦੇ ਨੇ। ਪੇੜ ਮਤਲਬ ਸਾਡੇ ਫੈਮਿਲੀ ਮੈਂਬਰ ਵਕਨ ਸਾਰੇ ਪੋਲਿਊਸ਼ਨ ਆਪਣੇ ਕੋਲ ਖਿੱਚ ਲੈਂਦੇ ਨੇ। ਅਤੇ ਜਦੋਂ ਸਾਨੂੰ ਇਹ ਆਈਡੀਆ ਲੱਗਾ ਕਿ ਅਸੀਂ ਡਿਫਰੈਂਟ ਟੈਕਨੀਕਸ ਨਾਲ ਡਿਫਰੈਂਟ ਏਰੀਆ 'ਚ ਸੂਰਤ, ਬੜੌਦਾ, ਵਾਪੀ, ਬੰਬੇ, ਦਿੱਲੀ, ਗੁੜਗਾਂਵ ਸਭ ਜਗ੍ਹਾ ਜੰਗਲ ਬਣਾਉਣੇ ਸ਼ੁਰੂ ਕਰਤੇ। ਸ਼ੁਰੂਆਤ ਕਿੱਥੋਂ ਕੀਤੀ ਸੀ? ਸਭ ਤੋਂ ਪਹਿਲਾਂ ਟਰਾਈ ਕਦੋਂ ਕੀਤਾ ਸੀਗਾ? ਜਦੋਂ ਬੱਚੇ ਦੀ ਉਸ ਗੱਲ ਨੇ ਤੁਹਾਨੂੰ ਹਿੱਟ ਕੀਤਾ, ਉਸ ਤੋਂ ਬਾਅਦ 'ਚ? ਮੈਮ, ਅਸੀਂ ਪਹਿਲੇ ਵਰਟੀਕਲ ਗਾਰਡਨ ਬਣਾਉਂਦੇ ਹੁੰਦੇ ਸੀ, ਲੋਕੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ। ਬੜੇ ਲੋਕਾਂ ਨੇ ਕਿਹਾ ਯਾਰ ਸਾਡੇ ਕੋਲ ਜਗ੍ਹਾ ਖਾਲੀ ਹੈ, ਇਹਦਾ ਕੁਛ ਹੱਲ ਕਰੋ। ਵਰਟੀਕਲ ਗਾਰਡਨ ਸਭ ਤੋਂ ਪਹਿਲਾਂ ਕਿੱਥੇ ਬਣਾਇਆ ਸੀਗਾ? ਕਿਸ ਤਰ੍ਹਾਂ ਤਿਆਰ ਕੀਤਾ ਸੀ? ਪਹਿਲੇ ਅੰਮ੍ਰਿਤਸਰ 'ਚ ਬਣਾਇਆ, ਅਤੇ ਅਸੀਂ ਵੇਸਟ ਪਲਾਸਟਿਕ ਬੋਟਲ ਨਾਲ ਬਣਾਉਂਦੇ ਹਾਂ। ਪਲਾਸਟਿਕ ਦੀ ਬੋਟਲ ਨੂੰ ਲੈ ਕੇ ਜਿਹੜੀ ਕਿ ਡੰਪ ਯਾਰਡ 'ਚ ਜਾਏਗੀ, ਜਿਹਨੂੰ ਡੀਕੰਪੋਜ਼ ਸ਼ੁਰੂ ਹੋਣ 'ਚ 5000 ਸਾਲ ਲੱਗਦੇ ਨੇ। ਅਸੀਂ ਉਹਨੂੰ ਯੂਜ਼ ਕਰਨੇ ਆ ਐਜ਼ ਅ ਕੰਟੇਨਰ, ਜਿਹੜੀ ਕਿ ਆਲਰੇਡੀ ਕਿਤੇ ਨਹੀਂ ਜਾਣੀ। ਅਸੀਂ ਉਹਨੂੰ ਦੀਵਾਰਾਂ 'ਤੇ ਲਾ ਕੇ, ਦੀਵਾਰ ਵੀ ਠੰਡੀ, ਪਲਾਂਟ ਵੀ ਲੱਗ ਗਿਆ, ਬੋਟਲ ਦਾ ਵੀ ਰੀਯੂਜ਼ ਹੋ ਗਿਆ। ਜਦੋਂ ਅਸੀਂ ਇਹ ਮੂਵਮੈਂਟ ਚਲਾਈ ਤਾਂ ਬਾਕੀ ਲੋਕ ਵੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ। ਹੁਣ ਜਿੰਜ ਇਹਨਾਂ ਦੇ ਫਾਰਮ ਹਾਊਸ, ਇਹਨਾਂ ਨੇ ਸਾਨੂੰ ਕਿਹਾ ਜੀ ਸਾਨੂੰ ਏਰੀਆ ਦੇ ਦਿਓ, ਅਸੀਂ ਤੁਹਾਨੂੰ ਏਰੀਆ ਦਿੰਦੇ, ਇੱਥੇ ਲਗਾ ਦਿਓ। ਅਸੀਂ ਪੂਰਾ ਜੰਗਲ ਲਗਾ ਦਿੱਤਾ ਜੀ। ਤੇ ਫਿਰ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਕਿੱਥੇ ਤੱਕ ਤੁਸੀਂ ਕਰਤਾ ਕੰਮ? ਮੈਮ, ਹੁਣ ਅਸੀਂ ਸਿਟੀ ਵਾਈਜ਼ 'ਤੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਮੂ, ਬਠਿੰਡਾ, ਸੰਗਰੂਰ, ਧੂਰੀ ਬੜੀ ਜਗ੍ਹਾ 'ਤੇ ਲਗਾ ਚੁੱਕੇ ਹਾਂ, ਪੂਰੇ ਪੈਨ ਇੰਡੀਆ ਲਗਾ ਚੁੱਕੇ ਹਾਂ। ਹੁਣ ਸਾਡਾ ਲਕਸ਼ ਹੈਗਾ ਕਿ ਇਸ ਸਾਲ ਅਸੀਂ 1000 ਜੰਗਲ ਲਾਉਣੇ ਆ। ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਲੋਕੀ 20-25 ਹਜ਼ਾਰ ਦੇ ਮੋਬਾਈਲ ਲੈ ਲੈਂਦੇ ਨੇ, ਅਸੀਂ 15-20 ਹਜ਼ਾਰ ਤੁਹਾਡਾ ਖਰਚਾ ਹੁੰਦਾ, ਤੁਸੀਂ ਜੰਗਲ ਲਗਾ ਦਿਓ, ਅਤੇ ਵੀ ਡੂ ਨੋਟ ਚਾਰਜ ਐਨੀਥਿੰਗ। ਸਾਡਾ ਮੇਨ ਪਰਪਸ ਹੈ ਕਿ ਵੱਧ ਤੋਂ ਵੱਧ ਜੰਗਲ ਬਣਨ। ਅਤੇ ਤੁਸੀਂ ਦੇਖੋ ਕਿ ਕਿੰਨੇ ਫਲ ਆਉਂਦੇ ਪਏ ਨੇ ਇੱਥੇ, ਅੰਬ ਆਇਆ ਹੈ, ਅਮਰੂਦ ਆਇਆ ਹੈ। ਇਹ ਤੁਹਾਡਾ ਪੂਰੇ ਦਾ ਪੂਰਾ ਜਿਹੜਾ ਹੀਲਿੰਗ ਹੈ ਨਾ, ਇਸ ਨੇਚਰ ਬੇਸ ਹੀਲਿੰਗ। ਜਾਪਾਨ ਦੇ ਵਿੱਚ ਫੋਰੈਸਟ ਬਾਥਿੰਗ ਕਰਨ ਲੱਗ ਪਏ। ਅਸੀਂ ਬੱਚਿਆਂ ਨੂੰ ਬੁਲਾ ਕੇ ਇੱਥੇ ਜੰਗਲ 'ਚ ਫੋਰੈਸਟ ਟਰੀ ਹਗਿੰਗ ਕਰਵਾਈ ਦੀ ਹੈ, ਫੋਰੈਸਟ ਬਾਥਿੰਗ ਕਰਵਾਈ ਦੀ ਹੈ, ਤਾਂ ਕਿ ਉਹਨਾਂ ਨੂੰ ਲੱਗੇ ਕਿ ਨੇਚਰ ਇਜ਼ ਸੱਚ ਅ ਹੀਲਿੰਗ ਫਿਨੋਮੀਨਾ। ਜੀ ਸਰ, ਇਨਕਮ ਟੈਕਸ ਕਮਿਸ਼ਨਰ ਹੋ, ਬਹੁਤ ਜ਼ਿਆਦਾ ਬਰਡਨ ਤੁਹਾਨੂੰ ਕੰਮ ਦਾ ਹੁੰਦਾ ਹੋਏਗਾ ਹੈ ਨਾ? ਟਾਈਮ ਵੀ ਨਹੀਂ ਮਿਲਦਾ ਹੈਗਾ, ਕਿਉਂਕਿ ਅੱਜ ਕੱਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਹੈ ਨਾ, ਬੰਦਾ ਆਪਣੇ ਲਈ ਬਹੁਤ ਔਖਾ ਟਾਈਮ ਕੱਢਦਾ, ਆਪਣੀ ਫੈਮਿਲੀ ਲਈ ਬਹੁਤ ਔਖਾ ਟਾਈਮ ਕੱਢਦਾ। ਤੁਸੀਂ ਕਿਸ ਤਰੀਕੇ ਨਾਲ ਟਾਈਮ ਕੱਢਦੇ ਹੋ ਇਹ ਸਾਰੀਆਂ ਚੀਜ਼ਾਂ ਲਈ? ਦੇਖੋ, ਜਦੋਂ ਛੁੱਟੀ ਹੁੰਦੀ ਹੈ ਮੇਰਾ ਇਹੋ ਕੰਮ ਕਰੀਦਾ। ਅਸੀਂ ਈਵਨ ਜਦੋਂ ਹੋਲੀਡੇਜ਼ ਵੀ ਜਾਈਦਾ, ਅਸੀਂ ਪਿੱਛੇ ਸੂਰਤ ਗਏ ਅਤੇ ਸਾਡੇ ਦੋਸਤਾਂ ਨੇ ਬੁਲਾਇਆ ਕਿ ਚਲੋ 3-4 ਦਿਨ ਇਕੱਠੇ ਰਹਿੰਦੇ ਹਾਂ। ਅਸੀਂ ਉਦੋਂ ਗਏ ਅਤੇ ਅਸੀਂ ਉੱਥੇ ਵੀ 3-4 ਜੰਗਲ ਲਗਾਏ, ਕਿ ਹੁਣ ਸਾਡਾ ਮੇਨ ਪਰਪਸ ਹੁੰਦਾ ਕਿ ਸਾਡੀ ਹੋਲੀ ਵੀ ਸਾਡੀ ਪੈਸ਼ਨ ਓਰੀਐਂਟੇਸ਼ਨ ਹੋਵੇ, ਅਤੇ ਉਹ ਨਾਲ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਗਿਆ। ਸੂਰਤ, ਬੜੌਦਾ ਜਿੱਥੇ ਵੀ ਜਾਈਦਾ ਉਹਨਾਂ ਨੂੰ ਕਹਿੰਦਾ ਜੀ ਜੰਗਲ ਲਗਾ ਦਿਓ, ਅਸੀਂ ਆ ਜਾਂਦੇ ਹਾਂ, ਅਤੇ ਉਹ ਨਾਲ ਹੋਲੀਡੇ ਵੀ ਸਾਡੇ ਪ੍ਰੋਪਰ ਬਣਨਾ ਸ਼ੁਰੂ ਹੋ ਗਏ। ਜੀ, ਕਿਸ ਤਰ੍ਹਾਂ ਦੇ ਪੇੜ ਨੇ ਜਿਹੜੇ ਲਗਾਏ ਜਾਂਦੇ ਨੇ? ਅਸੀਂ ਨੇਟਿਵ ਪੇੜਸ ਲੈਂਦੇ ਹਾਂ, ਜਿਸ ਤਰ੍ਹਾਂ ਕਿ ਆਮਲਾ ਹੈ, ਅਮਰੂਦ ਹੈ, ਮੋਰਿੰਗਾ ਹੈ, ਗੁਲਮੋਹਰ ਹੈ, ਪੀਪਲ ਹੈ, ਬੋੜ ਹੈ, ਫਾਈਕਸ ਹੈ। ਸਾਰੇ ਜਿਹੜੇ ਨੇਟਿਵ ਪਲੇਨਸ ਆਪਣੇ ਪੰਜਾਬ 'ਚ ਮਿਲਦੇ ਪਏ ਉਹੀ ਉਹ ਵਰਤਦੇ ਆ। ਜੀ ਸਰ, ਇਸ ਤੋਂ ਹਟ ਕੇ ਜਿਹੜਾ ਪੇੜ ਨੇ ਜਿਹੜੇ ਕਹਿੰਦੇ ਨੇ ਕਿ ਆਪਣੇ ਇੰਡੀਆ ਦੇ ਆਪਣੇ ਪੰਜਾਬ ਦੇ ਵਿੱਚ ਨਹੀਂ ਲੱਗਦੇ ਹੈ ਨਾ, ਪੰਜਾਬ ਦੀ ਧਰਤੀ 'ਤੇ ਨਹੀਂ ਲੱਗ ਸਕਦੇ, ਉੱਦਾਂ ਦੇ ਵੀ ਕੋਈ ਪੇੜ ਲਗਾਏ ਨੇ? ਨਹੀਂ ਮੈਮ, ਅਸੀਂ ਅਵੋਇਡ ਕਰੀ ਰਹੇ ਹਾਂ 500 ਕਿਲੋਮੀਟਰ ਰੇਡੀਅਸ 'ਤੇ ਪੇੜ। ਸਾਡੀ ਤਰਵੇਨੀਆਂ ਹੁੰਦੀਆਂ ਸੀ, ਹਰੀ ਸ਼ੰਕਰੀ ਹੁੰਦੀ ਸੀ, ਪੰਚਵਟੀ ਹੁੰਦੀ ਹੈ, ਜਿਹੜੇ ਬੇਸਿਕ ਪਲਾਂਟ ਹੈ ਇੰਡੀਆ ਦੇ ਉਹ ਲਗਾਈ ਦੇ ਨੇ। ਕਿਉਂਕਿ ਜਿਹੜੇ ਬਾਹਰਲੇ ਪਲਾਂਟ ਹੈ, ਤੁਸੀਂ ਪਾਮ ਲਗਾ ਦਿਓ, ਬਚਪਨ 'ਚ ਸੁਣਿਆ ਹੋਣਾ ਹੈ, ਬੜਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖਜੂਰ, ਪੰਥੀ ਕੋ ਛਾਇਆ ਨਹੀਂ, ਫਲ ਲਾਗੇ ਤੀ ਦੂਰ। ਜਿਹੜੇ ਲੋਕਲ ਪਲਾਂਟ ਹੈ ਉਹਨਾਂ ਦਾ ਸਰਵਾਈਵਲ ਰੇਟ ਬੜਾ ਅੱਛਾ ਰਹਿੰਦਾ ਵਾ, ਅਤੇ ਅਸੀਂ ਬਿਲਕੁਲ ਨੈਚੁਰਲ, ਨੇਟਿਵ, ਓਰੀਜਨਲ
ਲੋਕਲ ਪਲਾਂਟ ਲਗਾਈਦੇ ਨੇ। ਜੀ ਸਰ, ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਨਾ ਇਹਨਾਂ ਕੰਮਾਂ ਦੀ, ਵਰਟੀਕਲ ਗਾਰਡਨਸ ਲਗਾਉਣੇ ਜਦੋਂ ਸ਼ੁਰੂ ਕੀਤੇ ਸੀਗੇ, ਉਸ ਟਾਈਮ ਲੋਕਾਂ ਦਾ ਕੀ ਰਿਸਪੌਂਸ ਸੀਗਾ? ਸਟਾਰਟਿੰਗ ਦੇ ਵਿੱਚ ਜਦੋਂ ਕਹਿੰਦੇ ਨਾ ਕਿ ਜਦੋਂ ਵੀ ਕੋਈ ਚੰਗੀ ਚੀਜ਼ ਹੋਣੀ ਹੁੰਦੀ ਹੈ ਤਾਂ ਇੱਕ ਵਾਰੀ ਉਹਦਾ ਵਿਰੋਧ ਜ਼ਰੂਰ ਹੁੰਦਾ, ਲੋਕੀ ਕਹਿੰਦੇ ਨੇ ਕਿ ਯਾਰ ਕੀ ਕਰੀ ਜਾਂਦੇ ਹੋ, ਕਾਹਤੋਂ ਕਰੀ ਜਾਂਦੇ ਹੋ? ਮੈਮ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ, ਜੇ ਪੈਸ਼ਨ ਨਾਲ ਕਰਦੇ ਹੋ, ਮੈਂ ਲੋਕਾਂ ਵਾਸਤੇ ਨਹੀਂ ਕਰਦਾ ਪਿਆ। ਇਟ ਗਿਵਸ ਮੀ ਇਮੈਂਸ ਪਲੇਜ਼ਰ। ਵਾਟ ਯੂ ਸੇ ਅਬਾਊਟ ਮੀ ਇਜ਼ ਯੂਰ ਓਪੀਨੀਅਨ। ਤੋ ਮੈਂ ਅਸੀਂ ਸਾਨੂੰ ਬੋਧਰੇਸ਼ਨ ਨਹੀਂ ਹੋਈ, ਸਾਨੂੰ ਪਤਾ ਲੋਕਾਂ ਨੇ ਪਹਿਲੇ ਬੜਾ ਕੁਝ ਕਿਹਾ, ਇੱਦਾਂ ਉੱਦਾਂ। ਤੋ ਜੇ ਅਸੀਂ ਉਹਨਾਂ ਦੀ ਅਪਰੂਵਲ ਜਾਂ ਕਨਫਰਮੇਸ਼ਨ ਵਾਸਤੇ ਕਰਦੇ ਹੋਈਏ ਤਾਂ ਫਿਰ ਅਸੀਂ ਸਿਰਫ ਇਹ ਹੋਵੇ ਕਿ ਜੇ ਉਹ ਕਹਿਣ ਵਧੀਆ ਤੇ ਵਧੀਆ, ਨਹੀਂ ਤੇ ਨਹੀਂ ਵਧੀਆ। ਸਾਨੂੰ ਅੱਛਾ ਲੱਗਾ, ਸਾਨੂੰ ਲੱਗਾ ਸਾਡੀ ਡਿਊਟੀ ਅਸੀਂ ਕਰਨੇ ਪਏ। ਵਾਟ ਪੀਪਲ ਸੇ ਲੈਟ ਦੈਮ ਸੇ। ਜੀ ਅੱਛਾ, ਹੁਣ ਇਹ ਦੱਸੋ ਕਿ ਆਈਡੀਆ ਕਿਹਦਾ ਸੀਗਾ, ਤੁਹਾਡਾ ਜਾਂ ਤੁਹਾਡਾ? ਮਿਸਟਰ ਮਹਿਰਾ ਦਾ ਹੀ ਆਈਡੀਆ ਸੀ, ਪਰ ਜਿਸ ਤਰ੍ਹਾਂ ਵਰਟੀਕਲ ਗਾਰਡਨ ਮੈਂ ਇੱਕ ਵਾਰ ਕਿਤੇ ਦੇਖਿਆ ਸੀ, ਆਪਾਂ ਸਿੰਗਾਪੁਰ ਗਏ ਸੀ, ਉੱਥੇ ਵੇਖਿਆ ਸੀ ਤੇ ਅਸੀਂ ਡਿਸਕਸ ਕੀਤਾ ਕਿ ਅਸੀਂ ਇਹਨੂੰ ਇੰਡੀਆ 'ਚ ਵੀ ਇੰਬਾਈਬ ਕਰਦੇ ਹਾਂ ਤੇ ਇਸ ਤਰ੍ਹਾਂ ਵਰਟੀਕਲ ਗਾਰਡਨ ਦਾ ਆਈਡੀਆ। ਫਿਰ ਤੇ ਇੱਕ ਵਾਰ ਜਦ ਸ਼ੁਰੂ ਹੋਏ ਤੇ ਚੱਲੀ ਗਏ, ਜੋ ਰਸਤੇ 'ਚ ਆਇਆ ਅਸੀਂ ਉਹਨੂੰ ਕਰਦੇ ਗਏ। ਫਿਰ ਲੱਗਣਾ ਸ਼ੁਰੂ ਹੋ ਗਿਆ ਕਿ ਧਰਤੀ ਮਾਂ ਦਾ ਇੱਕ ਡੈਪਥ ਹੈ, ਇੱਕ ਕਰਜ਼ ਹੈ, ਅਰਥ ਡੈਪਥ ਜਿਹਨੂੰ ਕਹੋਗੇ। ਪੇ ਬੈਕ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜੀ। ਅਗਰ ਤੁਸੀਂ ਦੇਖੋ, ਇੱਕ ਹਿਊਮਨ ਬੀਇੰਗਸ ਹੀ ਐਸੇ ਪ੍ਰਾਣੀ ਹੈ ਜਿਹੜੇ ਸਵੇਰੇ ਉੱਠਦੇ ਹੈ, ਉੱਠਣ ਤੋਂ ਬਾਅਦ ਸਾਰਾ ਪੋਲਿਊਸ਼ਨ ਸ਼ੁਰੂ ਕਰਦੇ ਹੈ ਫਰੋਮ ਆਰ ਫਸਟ ਟਾਸਕ ਆਫ ਦ ਡੇ, ਜਿਹੜਾ ਕਿ ਮਲ ਕੱਢਣਾ, ਆਪਾਂ ਸਾਡਾ ਬਰੀਥਿੰਗ ਪ੍ਰੋਸੈਸ, ਸਾਡੇ ਬਾਡੀ 'ਚੋਂ ਕਿੰਨੇ ਟੌਕਸਿਨਸ ਨਿਕਲਦੇ ਹੈ, ਉਹ ਸਭ ਇਹ ਸਾਰਾ ਪ੍ਰੋਸੈਸ ਅਸੀਂ ਧਰਤੀ ਮਾਂ ਨੂੰ ਗੰਦਾ ਹੀ ਕਰਦੇ ਪਏ। ਧਰਤੀ ਮਾਂ ਦਾ ਕਰਜ਼ ਤੇ ਅਦਾ ਕਰਨਾ ਹੀ ਚਾਹੀਦਾ ਸਾਨੂੰ ਸਾਰਿਆਂ ਨੂੰ। ਜੀ ਸਰ, ਜੇ ਆਪਾਂ ਗੱਲ ਕਰੀਏ ਹੈ ਨਾ, ਅੱਗੇ ਤੁਹਾਡਾ ਕੀ ਪ੍ਰੋਸੈਸ ਹੈ, ਅੱਗੇ ਲਈ ਕੀ ਤੁਹਾਡੇ ਮਾਈਂਡ ਦੇ ਵਿੱਚ ਆਈਡੀਆਜ਼ ਨੇ? ਜਿਵੇਂ ਪਹਿਲਾਂ ਤੁਸੀਂ ਵਰਟੀਕਲ ਗਾਰਡਨਸ ਲਗਾਏ, ਹੌਲੀ ਹੌਲੀ ਤੁਸੀਂ ਬੱਚਿਆਂ ਨੂੰ ਟੀਚ ਕਰ ਰਹੇ ਹੋ ਹੈ ਨਾ, ਟਰੀ ਹਗਿੰਗ ਵਗੈਰਾ ਕਰਵਾਉਂਦੇ ਹੋ ਤੇ ਨਾਲ ਜੰਗਲ ਲਗਾ ਰਹੇ ਹੋ। ਤੇ ਮੇਰੀ ਇੱਛਾ ਹੈ ਕਿ ਪੂਰੇ ਭਾਰਤ ਦੇ ਹਰ ਇੱਕ ਸ਼ਹਿਰ 'ਚ 10 ਜੰਗਲ ਹੋਣ, ਹਰ ਇੱਕ ਸ਼ਹਿਰ 'ਚ ਇੱਕ ਟਰੀ ਐਂਡ ਪਲਾਂਟ ਹਸਪੀਟਲ ਹੋਵੇ। ਤੇ ਮੈਂ ਅੱਜ ਸ਼ੁਰੂਆਤ ਤੁਹਾਡੇ ਤੋਂ ਕਰਨਾ ਕਿ ਹਰ ਜਿਹੜਾ ਬੰਦਾ ਮੈਨੂੰ ਮਿਲਦਾ ਉਹਨੂੰ ਮੈਂ ਇੱਕ ਪੇੜ ਲਗਾਉਣ ਵਾਸਤੇ ਕਰਨਾ। ਇੱਕ ਤੁਸੀਂ ਲਗਾਓ ਤੇ ਇੱਕ ਤੁਹਾਡੇ ਜਿਹੜੇ ਕੈਮਰੇ ਵਾਲੇ ਉਹ ਲਗਾਓ। that would be something wonderful। if ਜੇ ਮੈਂ ਤੁਹਾਨੂੰ ਇਨਫਲੂਐਂਸ ਕਰ ਪਾਇਆ ਪੇੜ ਲਗਾਉਣ ਵਾਸਤੇ, ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ। ਜੀ, ਥੈਂਕ ਯੂ ਸੋ ਮਚ ਸਰ। ਤੇ ਜਾਂਦੇ ਜਾਂਦੇ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਵੀ ਕੋਈ ਸੋਹਣਾ ਜਿਹਾ ਮੈਸੇਜ ਜ਼ਰੂਰ ਦੇ ਕੇ ਜਾਈਏ। ਦੇਖੋ, ਲਾਈਫ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਦੋ ਰਸਤੇ ਹੋਣਗੇ ਹਰ ਇੱਕ ਸਟੈਪ 'ਤੇ, ਭਾਵੇਂ ਉਹ ਪਰਸਨਲ ਹੋਵੇ, ਫੈਮਿਲੀ ਲੈਵਲ 'ਤੇ ਹੋਵੇ। ਐਕਟ ਐਂਡ ਰਿਐਕਟ। ਅਸੀਂ ਹਮੇਸ਼ਾ 99% ਰਿਐਕਸ਼ਨ ਵੱਲ ਚੱਲਦੇ ਹਾਂ। ਗਰਮੀ ਹੈ, ਪੋਲਿਊਸ਼ਨ ਹੈ, ਇਹ ਮੇਰਾ ਕੰਮ ਨਹੀਂ ਹੈਗਾ। ਵਟ ਸਟੋਪਸ ਯੂ ਫਰਮ ਐਕਸ਼ਨ? ਗੋ ਪਲਾਂਟ ਟਰੀਜ਼। ਜੀ, ਆਪਣੇ ਆਪ ਖਤਮ ਹੋ ਜਾਏਗਾ। ਜੇ ਅਸੀਂ 99% ਰਿਐਕਸ਼ਨ ਵਾਲਾ, 1% ਐਕਸ਼ਨ ਵਾਲਾ, ਤੇ ਜੇ ਅਸੀਂ ਇਹਨੂੰ ਰਿਵਰਸ ਕਰ ਦਈਏ, ਇਮੈਜਿਨ ਕਰੋ ਕਿੰਨਾ ਚੇਂਜ ਹੋ ਜਾਏ। ਜੀ। ਦੈਟਸ ਆਲ। ਇੱਥੇ ਬੈਠ ਕੇ ਨਾ ਇੱਕ ਬਹੁਤ ਸੋਹਣੀ ਚੀਜ਼ ਜਿਹੜੀ ਕਿ ਲੱਗ ਰਹੀ ਹੈ ਕਿ ਚਿੜੀਆਂ ਦੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਗਈਆਂ ਸੀ, ਕੰਨਾਂ ਦੇ ਵਿੱਚ ਚਿੜੀਆਂ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਸੀ। ਇੱਥੇ ਤੁਸੀਂ ਸੁਣ ਸਕਦੇ ਹੋ, ਸ਼ਾਇਦ ਤੁਹਾਨੂੰ ਵੀ ਸੁਣ ਰਹੇ ਹੋਣਗੇ ਕਿ ਚਿੜੀਆਂ ਦੀਆਂ ਕਿੰਨੀਆਂ ਸੋਹਣੀਆਂ ਆਵਾਜ਼ਾਂ ਆ ਰਹੀਆਂ ਨੇ। ਮੈਂ ਕਿੰਨਾ ਕੁ ਸਕੂਨ ਮਿਲਦਾ ਜਦੋਂ ਇੱਦਾਂ ਨੇਚਰ ਦੇ ਵਿੱਚ ਆ ਕੇ ਬਹਿੰਦੇ ਹੋ, ਚਿੜੀਆਂ ਦੀਆਂ ਆਵਾਜ਼ਾਂ ਸੁਣਦੀਆਂ। ਬਹੁਤ ਸਕੂਨ ਮਿਲਦਾ ਹੈ ਔਰ ਯਕੀਨ ਮੈਨੂੰ ਐਂ ਲੱਗਦਾ ਕਿ ਨੇਚਰ ਬਲੈਸ ਕਰਦੀ ਪਈ ਸਾਨੂੰ ਔਰ ਇੰਟਾਇਰ ਕੋਸਮੋਸ ਬਲੈਸ ਕਰਦੀ ਪਈ ਹੈ ਔਰ ਸਾਨੂੰ ਐਂ ਲੱਗਦਾ ਕਿ ਅਸੀਂ ਹੋਰ ਕੰਮ ਕਰੀ ਜਾਈਏ। ਇਸ ਤੋਂ ਵਧੀਆ ਤਾਂ ਹੋਰ ਕੁਝ ਹੋ ਹੀ ਨਹੀਂ ਸਕਦਾ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਸਾਰੇ ਪ੍ਰਾਣੀ ਹੈਗੇ ਆ, ਅਸੀਂ ਸਾਰੇ ਧਰਤੀ 'ਚ ਗਏ ਹਾਂ, ਸਾਨੂੰ ਲੱਗਦਾ ਕਿ ਇਹ ਸਾਡੀ ਰਿਸਪੌਂਸਿਬਿਲਟੀ ਨਹੀਂ ਹੈ, ਪਰ ਸਾਡਾ ਵੇਸਟ ਸਾਡੀ ਰਿਸਪੌਂਸਿਬਿਲਟੀ ਹੈ। ਕੋਈ ਪਲੈਨਟ ਵੀ ਨਹੀਂ ਮਿਲਣਾ ਤੁਹਾਨੂੰ ਜਿੱਥੇ ਜਾ ਕੇ ਤੁਸੀਂ ਆਪਣੀ ਸੋਚੋਗੇ ਕਿ ਤੁਹਾਡੀ ਲਾਈਫ ਪੋਸੀਬਲ ਹੋਏਗੀ ਜਾਂ ਤੁਹਾਡਾ ਸਰਵਾਈਵਲ ਹੋਏਗਾ। ਇਹੋ ਪਲੈਨਟ ਇਹ ਹੈ ਜਿਹਨੂੰ ਸਾਫ਼ ਸੁਥਰਾ ਰੱਖਣਾ ਤੇ 'ਚ ਹਰਾ ਭਰਾ ਰੱਖਣਾ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ ਸਰ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੋ ਇਸ ਹਨ ਸਾਡੇ ਨਾਲ ਮਿਸਟਰ ਐਂਡ ਮਿਸਿਸ ਮਹਿਰਾ, ਜਿਨ੍ਹਾਂ ਨੇ ਇਸ ਧਰਤੀ ਦੇ ਲਈ ਆਪਣੇ ਹਿੱਸੇ ਦਾ ਕੰਮ ਤਾਂ ਕੀਤਾ ਹੀ ਕੀਤਾ, ਨਾਲ ਹੀ ਸਾਡੇ ਸਾਰਿਆਂ ਦੇ ਹਿੱਸੇ ਦਾ ਵੀ ਕੰਮ ਕੀਤਾ। ਕਾਫੀ ਜ਼ਿਆਦਾ ਇਹਨਾਂ ਨੇ ਜੰਗਲ ਵੀ ਲਗਾਏ ਨੇ, ਪਲਾਂਟੇਸ਼ਨਸ ਬਹੁਤ ਵਧੀਆ ਕੀਤੀ ਹੋਈ। ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖ ਦੇ ਰਹੇ, ਸਿਰਫ ਆਪਣੇ ਬੱਚਿਆਂ ਨੂੰ ਨਹੀਂ, ਕਈ ਹਜ਼ਾਰਾਂ ਬੱਚਿਆਂ ਨੂੰ ਸਿੱਖ ਦੇ ਰਹੇ ਨੇ। ਉਹਨਾਂ ਦਾ ਪਿਆਰ ਹੈ ਜਿਹੜਾ ਨੇਚਰ ਦੇ ਨਾਲ ਪਾ ਰਹੇ ਨੇ। ਕਿਤੇ ਨਾ ਕਿਤੇ ਤੁਸੀਂ ਜਿਹੜੇ ਆਪਣੇ ਬੱਚਿਆਂ ਨੂੰ ਫੋਨ ਦੇ ਵਿੱਚ ਲਗਾ ਦਿੰਦੇ ਹੋ ਜਾਂ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ, ਗੈਜਟਸ ਆ ਰਹੀਆਂ, ਉਹਨਾਂ ਦੇ ਵਿੱਚ ਲਗਾ ਦਿੰਦੇ ਹੋ, ਉਹਨਾਂ ਵਿੱਚ ਲਗਾਉਣ ਦੀ ਬਜਾਏ ਨੇਚਰ ਦੇ ਨਾਲ ਉਹਨਾਂ ਨੂੰ ਪਿਆਰ ਕਰਨਾ ਲਗਾਓ, ਉਹਨਾਂ ਨੂੰ ਮਿੱਟੀ ਦੇ ਨਾਲ ਖੇਲਣ ਦਿਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਮਿੱਟੀ ਆ, ਇਹਦੇ ਵਿੱਚੋਂ ਅਸੀਂ ਪੈਦਾ ਹੋਏ, ਅਸੀਂ ਇਹਦੇ ਵਿੱਚ ਹੀ ਵਿਲੀਨ ਹੋ ਜਾਣਾ ਵਾ। ਅਤੇ ਇਹ ਮਿੱਟੀ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਆ, ਪੇੜ ਪੌਦਿਆਂ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਆ, ਨੇਚਰ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਆ। ਜੇਕਰ ਤੁਸੀਂ ਚੰਗੀ ਸਿਹਤ ਚਾਹੁੰਦੇ ਹੋ, ਤਾਂ ਲਾਈਫ ਇੰਸ਼ੋਰੈਂਸ ਚਾਹੁੰਦੇ ਹੋ ਅਸਲ ਵਾਲੀ, ਤਾਂ ਪੇੜ ਲਗਾਓ ਅਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰੋ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਈਸ਼ਾ, ਪ੍ਰੋ ਪੰਜਾਬ, ਲੁਧਿਆਣਾ।